ਮੈਂ ਹਿਤੇਸ਼ ਸੂਰੀ ਨਿਊਜ਼ ਲਿੰਕਰ 'ਚ ਡਾਕਟਰ ਸੰਜੀਵ ਸ਼ਰਮਾ ਜੀ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ। ਡਾਕਟਰ ਸਾਹਿਬ, ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਵਧਾਈ ਦੇਣਾ ਚਾਹਾਂਗਾ ਕਿ ਜੋ ਕਿ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਨੂੰ 14 ਸੀਟਾਂ ਮਿਲੀਆਂ ਨੇ ਨਗਰ ਨਿਗਮ ਇਲੈਕਸ਼ਨਾਂ 'ਚ। ਸਭ ਤੋਂ ਪਹਿਲਾਂ ਤਾਂ ਮੈਂ ਨਿਊਜ਼ ਲਿੰਕਰ ਦੇਖਣ ਵਾਲੇ ਜਿਹੜੇ ਸਾਰੇ ਵਿਊਅਰਸ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ, ਸਲਾਮ ਕਹਿਣਾ, ਦੁਆ ਕਹਿਣਾ। ਔਰ ਅਸੀਂ ਬਹੁਤ ਧੰਨਵਾਦੀ ਹਾਂ ਚੰਡੀਗੜ੍ਹ ਦੇ ਨਾਗਰਿਕਾਂ ਦਾ, ਜਿਨ੍ਹਾਂ ਨੇ ਇੱਕ ਦਿੱਲੀ ਦੀ ਗੁੱਡ ਗਵਰਨੈਂਸ ਤੋਂ ਸੇਧ ਲੈਂਦਿਆਂ ਹੋਇਆਂ ਇੱਕ ਜਿਹੜਾ ਫਤਵਾ ਆ, ਸਭ ਤੋਂ ਜ਼ਿਆਦਾ ਸੀਟਾਂ 14 ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਈਆਂ। ਔਰ ਪਿਛਲੇ ਕਾਫੀ ਅਰਸੇ ਤੋਂ ਬੀਜੇਪੀ ਸੱਤਾ 'ਤੇ ਕਾਬਜ਼ ਸੀ ਔਰ ਬਹੁਤ ਥੋੜ੍ਹਾ ਟਾਈਮ ਜਿਹੜਾ ਆਮ ਆਦਮੀ ਪਾਰਟੀ ਨੇ ਉੱਥੇ ਲਿਆ ਔਰ ਅੱਛੇ ਕੁਝ ਕੈਂਡੀਡੇਟਸ ਉਤਾਰੇ, ਕੁਝ ਨੌਜਵਾਨ ਕੈਂਡੀਡੇਟਸ ਉਤਾਰੇ ਔਰ ਕੁਝ ਬਹੁਤ ਆਮ ਘਰਾਂ ਦੇ ਕੈਂਡੀਡੇਟ ਉਤਾਰੇ ਆ। ਸੋ ਇਹ ਜਿਹੜਾ ਵਧਾਈ ਦੇ ਪਾਤਰ ਚੰਡੀਗੜ੍ਹ ਦੇ ਨਾਗਰਿਕ ਨੇ, ਜਿਨ੍ਹਾਂ ਨੇ ਇੱਕ ਨਵੀਂ ਸੇਧ ਸਿਖਾਈ ਆ ਪੰਜਾਬ ਦੇ ਲੋਕਾਂ ਨੂੰ, ਜਿਹੜੇ ਆਉਣ ਵਾਲੇ 2 ਮਹੀਨੇ ਦੇ ਵਿੱਚ ਇਲੈਕਸ਼ਨਸ ਨੂੰ ਫੇਸ ਕਰਨ ਜਾ ਰਹੇ ਆ। ਸਰ, ਕੁਛ ਦਿਨ ਪਹਿਲੇ ਦੀ ਗੱਲ ਹੈ ਕਿ ਰਾਘਵ ਚੱਡਾ ਜੀ ਨੇ ਕਿਹਾ ਕਿ ਸਾਡੇ ਜਿਹੜੇ ਉਮੀਦ ਜਿਹੜੇ ਸਾਡੇ ਸੀਗੇ, ਜਿਹੜੇ ਜਿੱਤਣ ਵਾਲੇ ਸੀਗੇ, ਜੇਤੂ ਸਾਡੇ ਸੀਗੇ ਬੰਦੇ, ਉਹਨਾਂ ਦੇ ਕੌਂਸਲਰ ਸੀਗੇ, ਉਹਨਾਂ ਕੋਲੋਂ ਇਹ ਬਾਕੀ ਜਿਹੜੀਆਂ ਵਿਰੋਧੀ ਪਾਰਟੀਆਂ ਵਾ ਉਹਨਾਂ ਨੇ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ, ਲੇਕਿਨ ਸਾਡੇ ਜਿਹੜੇ ਸੀਗੇ ਵਰਕਰ ਉਹ ਨਹੀਂ ਵਿਕੇ। ਦੇਖੋ, ਇੱਦਾਂ ਆ ਕਿ ਚੰਡੀਗੜ੍ਹ ਯੂਟੀ ਆ, ਸੈਂਟਰ ਗੌਰਮੈਂਟ ਰੂਲ ਕਰਦੀ ਆ। ਸੋ ਸੱਤਾ 'ਤੇ ਕਾਬਜ਼ ਜਿਹੜੀ ਪਾਰਟੀ ਆ, ਬੀਜੇਪੀ ਵਰਗੀ ਪਾਰਟੀ ਆ, ਉਹਦੇ ਲਈ ਜਿਹੜਾ ਇਹ ਤੋੜ ਮੋੜ ਦੀ ਜਿਹੜੀ ਰਾਜਨੀਤੀ ਹੈ, ਜਿਹੜੀ ਕੋਈ ਨਵੀਂ ਗੱਲ ਨਹੀਂ। ਤੁਸੀਂ ਦੇਖਿਆ ਹੋਣਾ ਪੰਜਾਬ ਦੇ ਵਿੱਚ ਵੀ ਹਰ ਰੋਜ਼ ਕੁਝ ਕਾਂਗਰਸ ਦੇ MLAs ਆ ਜਿਹੜੇ ਬੀਜੇਪੀ ਨੂੰ ਜੁਆਇਨ ਕਰ ਰਹੇ ਆ ਔਰ ਬਹੁਤ ਭੰਬਲ ਭੂਸੇ ਵਾਲਾ ਜਿਹੜਾ ਮਾਹੌਲ ਪੰਜਾਬ ਕਾਂਗਰਸ ਦੇ ਵਿੱਚ ਬਣਿਆ ਹੋਇਆ ਹੈ, ਕਿਉਂਕਿ ਕੈਪਟਨ ਸਾਹਿਬ ਦੇ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਸੋ ਹੁਣ ਬੇਸਿਕਲੀ ਪੰਜਾਬ ਦੇ ਵਿੱਚ 2 ਕਾਂਗਰਸ ਹੋ ਗਈਆਂ, ਇੱਕ ਤਾਂ ਕਾਂਗਰਸ ਬੀਜੇਪੀ, ਤਾਂ ਦੂਜੀ ਜਿਹੜੀ ਅਸਲ ਕਾਂਗਰਸ। ਸੋ ਮਤਲਬ ਆਉਣ ਵਾਲਾ ਟਾਈਮ ਜਿਹੜਾ ਇਹ ਡਿਸਾਈਡ ਕਰੇਗਾ ਕਿ ਜਿਹੜਾ ਵਾਕਈ ਕੈਪਟਨ ਸਾਹਿਬ ਦਾ ਜਿਹੜਾ 4.5 ਸਾਲ ਦਾ ਜਿਹੜਾ ਟਨਿਓਰ ਆ, ਉਹਦੇ 'ਚ ਲੋਕਾਂ ਦਾ ਫਤਵਾ, ਲੋਕੀ ਫਤਵਾ ਦੇਣਗੇ ਕੈਪਟਨ ਸਾਹਿਬ ਨੂੰ। ਔਰ ਕੈਪਟਨ ਸਾਹਿਬ ਦੀ ਜਿਹੜੀ ਭਾਈਵਾਲ ਜਿਹੜੀ ਪਾਰਟੀ ਆ ਉਹ ਬੀਜੇਪੀ ਆ। ਔਰ ਬੀਜੇਪੀ ਨੇ ਜਿਹੜਾ ਕਿਸਾਨ ਸੰਘਰਸ਼ ਦੇ ਵਿੱਚ ਜਿਹੜੀਆਂ 750 ਕਿਸਾਨਾਂ ਦੀਆਂ, ਕਿਸਾਨੀ ਪਰਿਵਾਰਾਂ ਦੀਆਂ ਜਿਹੜੀਆਂ ਜਾਨਾਂ ਗਈਆਂ, ਪੰਜਾਬ ਦੇ ਲੋਕੀ ਉਹਦੇ ਅਗੇਂਸਟ ਵੀ ਫਤਵਾ ਦੇਣਗੇ। ਸਰ, ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ, ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਜਿਹਨਾਂ ਨੂੰ 1 ਸੀਟ ਮਿਲੀ ਸੀਗੀ ਸਿਰਫ ਇਹਨਾਂ ਇਲੈਕਸ਼ਨਾਂ ਦੇ ਵਿੱਚ, ਉਹਨਾਂ ਨੇ ਕਿਹਾ ਕਿ ਸਾਨੂੰ ਇਹਦੇ ਨਾਲ ਕੋਈ ਮਾਇਨਾ ਨਹੀਂ ਰੱਖਦਾ, ਜਿਹੜਾ ਵਿਧਾਨ ਸਭਾ ਦਾ ਆਗਾਮੀ ਚੁਣਾਵ ਆ ਉਹ ਇਹਦੇ ਨਾਲ ਕੋਈ ਮਾਇਨੇ ਨਹੀਂ ਰੱਖਦਾ ਇਹਦਾ ਰਿਜ਼ਲਟ। ਦੇਖੋ, 2022 ਦੀ ਇਲੈਕਸ਼ਨ ਜਿਹੜੀ ਹੋਣ ਜਾ ਰਹੀ ਆ, ਬੜੀ ਵਕਾਰੀ ਇਲੈਕਸ਼ਨ ਔਰ ਬੜੇ ਜਿਹੜੇ ਡਿਫਰੈਂਟ ਤਰ੍ਹਾਂ ਦੇ ਐਗਜ਼ਾਮਪਲ ਸੈੱਟ ਕਰੇਗੀ, ਕਿਉਂਕਿ ਪਹਿਲੀ ਵਾਰੀ ਹੋਏਗਾ ਕਿ ਇਹਦੇ 'ਚ ਅਕਾਲੀ ਦਲ ਸੈਪਰੇਟ ਲੜ ਰਹੀ ਹੈ ਬਹੁਤ ਸਾਲਾਂ ਬਾਅਦ। ਬੀਜੇਪੀ ਦੀ ਜਿਹੜੀ ਆ ਭਾਈਵਾਲ ਪਾਰਟੀ, ਕੈਪਟਨ ਸਾਹਿਬ ਦੀ ਨਵੀਂ ਬੀਜੇਪੀ ਕਾਂਗਰਸ, ਔਰ ਢੀਂਡਸਾ ਸਾਹਿਬ ਅਲੱਗ ਹੋ ਕੇ ਅਕਾਲੀ ਦਲ ਤੋਂ, ਇਹ ਇੱਕ ਪਾਰਟੀ। ਔਰ ਬੀਜੇਪੀ ਦੇ ਕੁਝ 70 ਕੈਂਡੀਡੇਟਸ ਜਿੱਦਾਂ ਸਾਨੂੰ ਰਿਪੋਰਟਸ ਤੋਂ ਪਤਾ ਲੱਗਾ ਆ। ਔਰ ਆਮ ਆਦਮੀ ਪਾਰਟੀ ਜਿਹਦਾ ਗ੍ਰਾਫ ਦਿਨ ਪਰ ਦਿਨ ਉੱਤੇ ਜਾ ਰਿਹਾ। ਔਰ ਕੇਜਰੀਵਾਲ ਸਾਹਿਬ ਜਿਹੜੇ ਵੀ ਗਰੰਟੀਜ਼ ਦੇ ਰਿਹਾ, ਜਿਹੜਾ ਵੀ ਅਸੀਂ ਸਰਵੇ ਕਰ ਰਹੇ ਹਾਂ, ਉਹ ਲੋਕਾਂ ਦੇ ਵਿੱਚ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਔਰ ਇੱਕ ਹਰੇਕ ਮਹੱਲੇ ਨੂੰ ਟੱਚ ਕਰਨ ਦਾ ਸਾਨੂੰ ਮੌਕਾ ਮਿਲ ਰਿਹਾ ਔਰ ਲੋਕਾਂ ਦੀਆਂ ਪ੍ਰੋਬਲਮਸ ਭਾਂਪ ਕੇ, ਜਾਂਚ ਕੇ ਇੱਕ ਮੈਨੀਫੈਸਟੋ ਤਿਆਰ ਕੀਤਾ ਜਾਏਗਾ ਪਿਛਲੀ ਵਾਰ ਵਾਂਗੂ। ਔਰ ਲੋਕਾਂ ਦੀਆਂ ਪਹਿਲ ਦੇ ਆਧਾਰ 'ਤੇ ਜੋ ਲੋਕਾਂ ਦੀਆਂ ਪ੍ਰਾਇਓਰਿਟੀਜ਼ ਆ ਉਹਨਾਂ ਨੂੰ ਠੀਕ ਕੀਤਾ ਜਾਏਗਾ। ਸਰ, ਨਿਊਜ਼ ਲਿੰਕਰਸ ਵੱਲੋਂ ਲਗਾਤਾਰ ਤੁਹਾਡੀ 1 ਸਾਲ ਦੀ ਜਿਹੜੀ ਪਿਛਲੀਆਂ ਐਕਟੀਵਿਟੀਆਂ ਹੈਗੀਆਂ ਵਾ ਉਹਨਾਂ ਨੂੰ ਐਨਾਲਾਈਜ਼ ਕੀਤਾ ਗਿਆ। ਤੁਸੀਂ ਇਸ ਟਾਈਮ ਸਰਵੇ ਦੇ ਮੁਤਾਬਿਕ ਜਿਹੜਾ ਜਨ ਕੀ ਬਾਤ ਸਰਵੇ ਹੈਗਾ ਵਾ, ਉਹਦੇ ਤੁਸੀਂ ਨੰਬਰ 1 ਚੱਲ ਰਹੇ ਹੋ। ਜੇ ਤੁਹਾਨੂੰ ਅੱਗੇ ਜਾ ਕੇ ਟਿਕਟ ਮਿਲਦੀ ਹੈ ਤੇ ਤੁਸੀਂ ਇਲੈਕਸ਼ਨ ਨੂੰ ਜਿੱਤ ਵੀ ਲੈਂਦੇ ਹੋ, ਤੇ ਤੁਸੀਂ ਸਭ ਤੋਂ ਪਹਿਲੇ ਕੀ ਡਿਵੈਲਪਮੈਂਟ ਕਰੋਗੇ ਸੈਂਟਰ ਹਲਕੇ 'ਚ? ਦੇਖੋ, ਤਕਰੀਬਨ 2 ਵਾਰੀ ਮੈਂ ਹਰੇਕ ਮਹੱਲਾ ਟੱਚ ਕਰ ਲਿਆ ਪਿਛਲੇ 1 ਸਾਲ ਦੇ ਵਿੱਚ।
ਇਸ ਤੋਂ ਪਹਿਲਾਂ ਸਾਡੀ MP ਇਲੈਕਸ਼ਨ ਦੇ ਵਿੱਚ ਵੀ ਪੂਰਾ ਏਰੀਆ ਘੁੰਮਿਆ ਸੀਗਾ। ਔਰ ਦੇਖੋ, ਮੈਂ ਲੋਕਾਂ ਨੂੰ ਇਹੀ ਕਹਿਣਾ ਕਿ ਜਿਹੜੀਆਂ ਇਹ ਟ੍ਰੈਡੀਸ਼ਨਲ ਪਾਰਟੀਆਂ ਹੈ, ਜਿਹੜੀਆਂ ਪੁਰਾਣੀਆਂ ਪਾਰਟੀਆਂ ਹੈ, ਅਕਾਲੀ ਦਲ ਹੋ ਗਿਆ, BJP ਹੋ ਗਿਆ, ਕਾਂਗਰਸ ਹੋ ਗਿਆ, ਇਹਨਾਂ ਨੇ ਲੋਕਾਂ ਨੂੰ ਗਲੀਆਂ ਨਾਲੀਆਂ ਤੇ ਆਟੇ ਦੀਆਂ ਥੈਲੀਆਂ ਦੇ ਮੁੱਦੇ 'ਚੋਂ, ਮੁਫਤ ਦੀ ਕਣਕ ਦੇ ਮੁੱਦੇ 'ਚੋਂ ਹੀ ਨਹੀਂ ਬਾਹਰ ਨਿਕਲਣ ਦਿੱਤਾ। ਸੋ ਮੈਂ ਇੱਕ ਜਿੱਦਾਂ ਦੇ ਸਾਡੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਆ, ਜਿੱਦਾਂ ਅਸੀਂ ਇੱਕ ਗਰੰਟੀ ਦੇ ਵਿੱਚ ਇਹ ਕਿਹਾ ਗਿਆ ਕਿ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕਸ ਵਰਲਡ ਵਾਈਡ ਬੜੇ ਫੇਮਸ ਨੇ, ਬਾਹਰਲੀਆਂ ਮੈਗਜ਼ੀਨਸ ਨੇ ਉਹਨਾਂ ਦਾ ਐਗਜ਼ਾਮਪਲ ਸੈੱਟ ਕੀਤਾ ਕਿ ਬੜਾ ਸਕਸੈਸਫੁਲੀ ਇਹ ਚੱਲ ਰਿਹਾ। ਸੋ ਜਿਹੜੇ ਪੰਜਾਬ ਦੇ ਵਿੱਚ ਅਸੀਂ ਜਲੰਧਰ ਦੇ ਵਿੱਚ ਵਾਰਡ ਕਲੀਨਿਕਸ ਖੋਲਾਂਗੇ, ਜਿੱਦਾਂ ਹੁਣ ਜਿਹੜੇ 23 ਵਾਰਡ ਆ ਜਲੰਧਰ ਸੈਂਟਰਲ ਦੇ, ਔਰ ਵਿੱਚੋਂ ਕੁਝ ਅੱਧੇ ਵੀ ਹੈਗੇ ਆ, ਹਰੇਕ ਵਾਰਡ ਦੇ ਵਿੱਚ ਇੱਕ ਕਲੀਨਿਕ ਹੋਏਗਾ ਔਰ ਬੇਸਿਕ ਬਿਮਾਰੀਆਂ ਦਾ ਇਲਾਜ ਜਿਹੜਾ ਲੋਕੀ ਉੱਥੋਂ ਕਰਵਾ ਸਕਦੇ ਹੋਣਗੇ ਔਰ ਮੈਡੀਸਿਨਸ ਜਿਹੜੀਆਂ ਫ੍ਰੀ ਦਿੱਤੀਆਂ ਜਾਣਗੀਆਂ। ਜਿਹੜੀਆਂ ਚੀਜ਼ਾਂ ਦੀ ਟ੍ਰੀਟਮੈਂਟ ਮੁਹੱਲਾ ਕਲੀਨਿਕਸ ਦੇ ਵਿੱਚ, ਵਾਰਡ ਕਲੀਨਿਕਸ ਦੇ ਵਿੱਚ ਨਹੀਂ ਹੋ ਸਕਦੀ ਹੋਏਗੀ, ਉਹ ਪੇਸ਼ੈਂਟ ਜਿਹੜਾ ਟਰਸ਼ਰੀ ਸੈਂਟਰ ਹੈ, ਜਿਹੜਾ ਸਿਵਲ ਹਸਪਤਾਲ ਆ, ਉੱਥੇ ਰੈਫਰ ਹੋਣਗੇ। ਔਰ ਜਿਹੜੀਆਂ ਬਿਮਾਰੀਆਂ ਦਾ ਇਲਾਜ ਸਿਵਲ ਸਹੂਲਤਾਂ ਨਹੀਂ ਪ੍ਰਦਾਨ ਕਰ ਸਕਦੀਆਂ, ਉਹ ਜਿਹੜੇ ਲੋਕ ਆ ਪ੍ਰਾਈਵੇਟ ਦੇ ਵਿੱਚ ਆਪਣਾ ਇਲਾਜ ਕਰਨਗੇ ਔਰ ਉਹਦਾ ਜਿਹੜਾ ਸਾਰਾ ਖਰਚਾ ਆ ਉਹ 2022 ਦੇ ਵਿੱਚ ਆਮ ਆਦਮੀ ਦੀ ਪਾਰਟੀ ਦੀ ਆਉਣ ਵਾਲੀ ਜਿਹੜੀ ਸਰਕਾਰ ਆ ਉਹ ਦੇਵੇਗੀ, ਜਿਹਦੇ ਨਾਲ ਇੱਕ ਬਹੁਤ ਵੱਡੀ ਲੋਕਾਂ ਨੂੰ ਰਾਹਤ ਮਿਲੇਗੀ। ਕਿਉਂਕਿ ਤੁਸੀਂ ਦੇਖੋ ਕਿ ਜਿਹੜਾ ਜਲੰਧਰ ਸੈਂਟਰਲ ਦਾ ਰਾਮਾ ਮੰਡੀ ਵਾਲਾ ਏਰੀਆ ਆ, ਉਹਦੀ ਡੈਮੋਗ੍ਰਾਫੀ ਦੇਖੋ, ਉਹਦੀ ਸਥਿਤੀ ਦੇਖੋ, ਜਲੰਧਰ ਦੇ ਟ੍ਰੈਫਿਕ ਦਾ ਹਾਲਾਤ ਦੇਖੋ ਕਿ ਅੱਜ ਕੱਲ੍ਹ PAP ਜਾਂ ਰਾਮਾ ਮੰਡੀ ਚੌਂਕ ਟੱਪ ਕੇ ਸਿਵਲ ਹਸਪੀਟਲ ਤੱਕ ਆਉਣਾ ਮਤਲਬ ਕੋਈ ਸੰਭਵ ਨਹੀਂ ਹੋ। ਸੋ ਇਹ ਮਤਲਬ ਸਾਡਾ ਜਿਹੜਾ ਇੱਦਾਂ ਦੇ ਪੈਰੀਫਰੀ ਦੇ ਏਰੀਏ ਆ, ਰਾਮਾ ਮੰਡੀ ਹੋ ਗਿਆ, ਬੜਿੰਗ ਹੋ ਗਿਆ, ਦਕੋਆ ਹੋ ਗਿਆ, ਧਨੋਵਾਲੀ ਹੋ ਗਿਆ, ਪਰਾਗਪੁਰ ਹੋ ਗਿਆ, ਲਾਈਨਾਂ ਪਾਰ ਏਰੀਏ ਹੋ ਗਏ, ਸੂਰਿਆ ਇਨਕਲੇਵ ਹੋ ਗਿਆ, ਔਰ ਇੱਧਰ ਕਾਜੀ ਮੰਡੀ ਹੋ ਗਿਆ, ਅਜੀਤ ਨਗਰ ਹੋ ਗਿਆ, ਇਹਨਾਂ ਲਈ ਬੜਾ ਮਤਲਬ ਰਾਮਬਾਣ ਸਿੱਧ ਹੋਣਗੇ ਜਦੋਂ ਉਹਨਾਂ ਨੂੰ ਆਪਣੇ ਡੋਰ ਸਟੈਪਸ ਦੇ ਉੱਤੇ ਸਿਹਤ ਸਹੂਲਤਾਂ ਮੁਫਤ ਵਿਦ ਫ੍ਰੀ ਮੈਡੀਸਿਨਸ ਔਰ ਸਾਰੇ ਤਰ੍ਹਾਂ ਦੇ ਟੈਸਟ ਜਿਹੜੇ ਆ। ਔਰ ਇਹਦਾ ਅਸੀਂ ਇੱਕ ਤਜਰਬਾ ਸਕਸੈਸਫੁਲੀ ਕਰ ਚੁੱਕੇ ਹਾਂ ਦਿੱਲੀ 'ਚ। ਔਰ ਮੈਂ ਤੁਹਾਨੂੰ ਇਹ ਚੀਜ਼ ਦੱਸ ਦੇਣਾ ਚਾਹੁੰਦਾ ਕਿ ਇਹਦੇ 'ਚ ਕੁਝ ਮੇਰੇ ਫੈਮਿਲੀ ਮੈਂਬਰਸ ਜਿਹੜੇ ਡਾਕਟਰ ਨੇ ਉਹ ਦਿੱਲੀ ਦੇ ਵਿੱਚ ਨੌਕਰੀ ਕਰਦੇ ਆ। ਸੋ ਇਹਦੇ 'ਚ ਸਾਡੀ ਕੋਸ਼ਿਸ਼ ਰਹੇਗੀ, ਕਿਉਂਕਿ ਮੈਂ ਜਿਹੜਾ ਸਾਡਾ ਮੈਡੀਕਲ ਸੈੱਲ ਆ ਪੰਜਾਬ ਦਾ ਆਮ ਆਦਮੀ ਪਾਰਟੀ ਦਾ, ਮੈਂ ਉਹਦਾ ਪ੍ਰੈਜ਼ੀਡੈਂਟ ਹਾਂ, ਸਹਿ ਪ੍ਰਭਾਰੀ ਹਾਂ। ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਮੰਨ ਲਓ ਰਾਮਾ ਮੰਡੀ ਦੇ ਵਿੱਚ ਕਿਸੇ ਵਾਰਡ ਦੇ ਵਿੱਚ ਜਾਂ ਉਸ ਏਰੀਏ ਦੇ ਵਿੱਚ ਕਿਤੇ ਵੀ ਸਾਡਾ ਵਾਰਡ ਕਲੀਨਿਕ ਆ, ਸਾਡੀ ਕੋਸ਼ਿਸ਼ ਰਹੇਗੀ ਕਿ ਜਿਹੜਾ ਡਾਕਟਰ ਅਤੇ ਜਿਹੜਾ ਸਟਾਫ ਆ ਉਸੇ ਏਰੀਏ ਤੋਂ ਐਮਪਲੋਏ ਕੀਤਾ ਜਾਏਗਾ, ਤਾਂ ਕਿ ਜਿਹੜੇ ਐਮਪਲੋਈਜ਼ ਆ ਉਹਨਾਂ ਲਈ ਵੀ ਆਪਣੀਆਂ ਸਰਵਿਸਿਜ਼ ਦੇਣੀਆਂ ਈਜ਼ੀ ਹੋਣ ਔਰ ਉਹ ਤਨ ਮਨ ਧਨ ਦੇ ਨਾਲ ਜਿਹੜੀ ਸੇਵਾ ਵੀ ਲੋਕਾਂ ਦੀ ਕਰਨਗੇ, ਕਿਉਂਕਿ ਉਹ ਉਹਨਾਂ ਦੇ ਆਪਣੇ ਹੀ ਲੋਕ ਆ, ਆਪਣੇ ਏਰੀਏ ਦੇ ਹੀ ਲੋਕ ਆ। ਔਰ ਦੂਜੀ ਚੀਜ਼ ਜਿਹੜੀ ਪੁੱਛੀ ਆ ਉਹਦੇ 'ਚ ਜਲੰਧਰ ਸੈਂਟਰਲ ਦੇ ਵਿੱਚ ਜਿੱਦਾਂ ਹੁਣ ਅੱਜ ਕੱਲ੍ਹ ਅਸੀਂ ਇੱਕ ਔਰਤਾਂ ਦਾ ਸਰਵੇ ਸਾਡਾ ਚੱਲ ਰਿਹਾ ਕਿ ਕਿੰਨੀਆਂ ਕੁ ਲੇਡੀਜ਼ ਜਿਹੜੀਆਂ ਲੋੜਵੰਦ ਨੇ, ਜਿਹੜਾ ਅਸੀਂ ਇੱਕ ਤੀਸਰੀ ਗਰੰਟੀ ਅਨਾਊਂਸ ਕੀਤੀ ਵੀ 18 ਸਾਲ ਦੀ ਉਮਰ ਤੋਂ ਬਾਅਦ ਅਸੀਂ ਹਰੇਕ ਮਹਿਲਾ ਨੂੰ, ਬੇਟੀ ਨੂੰ, ਭੈਣ ਨੂੰ 1000 ਰੁਪਈਆ ਇੱਕ ਐਮਪਾਵਰਮੈਂਟ ਭੱਤਾ ਦੇਵਾਂਗੇ। ਜਿਹੜੀਆਂ ਓਲਡ ਏਜ ਪੈਨਸ਼ਨਰਸ ਆ ਜਿਹੜੀਆਂ, ਉਹਨਾਂ ਨੂੰ ਉਹਦੇ ਐਡੀਸ਼ਨਲ ਅਸੀਂ ਇਹ ਦੇਵਾਂਗੇ। ਸੋ ਇੱਦਾਂ ਹੀ ਸਾਡੀ ਜਦੋਂ ਸਰਕਾਰ ਆ ਜਾਂਦੀ ਆ ਤਾਂ ਮੈਂ ਆਪਣੇ ਯੂਥ ਦਾ ਸਰਵੇ ਕਰਨਾ ਚਾਹੂੰਗਾ, ਇੱਕ ਮੈਂ ਉਹਦਾ ਡਾਟਾਬੇਸ ਬਣਾਉਣਾ ਚਾਹੂੰਗਾ ਉਹਨਾਂ ਦੀ ਐਜੂਕੇਸ਼ਨਲ ਕੁਆਲੀਫਿਕੇਸ਼ਨਸ ਦਾ। ਪ੍ਰਾਈਵੇਟ ਦੇ ਵਿੱਚ ਨੌਕਰੀ ਕਰਦੇ ਆ ਤਾਂ ਉਹਨਾਂ ਦੀ ਕਿੰਨੀ ਪੇ ਚੱਲ ਰਹੀ ਆ, ਸਰਕਾਰੀ ਕਿੰਨੇ ਐਮਪਲੋਇਡ ਆ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਐਮਪਲੋਇਮੈਂਟ ਜਨਰੇਸ਼ਨ ਕਰਨ ਦੀ, ਕਿਉਂਕਿ ਜਿਹੜਾ ਜਲੰਧਰ ਸੈਂਟਰਲ ਦਾ ਕੁਝ ਏਰੀਆ ਜਿਹੜਾ ਇਸ ਲਈ ਨਸ਼ਿਆਂ ਦੀ ਗ੍ਰਿਪ ਦੇ ਵਿੱਚ ਆ, ਔਰ ਨਸ਼ਾ ਵੇਚਣ ਵਾਲੇ ਜਿਹੜੇ ਆ ਉਹਨਾਂ ਨੂੰ ਜਿਹੜੀ ਪੋਲੀਟੀਕਲ ਪੈਟਰਨੇਜ ਜਿਹੜੀ ਆ ਉਹ ਤਾਂ ਬਿਲਕੁਲ ਅਸੀਂ ਖ਼ਤਮ ਕਰਾਂਗੇ। ਜਿਹੜਾ ਇਹਨਾਂ ਦੇ ਉੱਤੇ ਜਿਹੜਾ ਇੱਕ ਮਿਹਰ ਭਰਿਆ ਹੱਥ ਰੱਖਦੀਆਂ ਲਗਾਤਾਰ ਸਕਸੈਸਿਵ ਜਿਹੜੀਆਂ ਸਰਕਾਰਾਂ ਬਣਦੀਆਂ ਆ ਰਹੀਆਂ, ਸੋ ਅਸੀਂ ਇਹਦਾ ਖਿਆਲ ਰੱਖਾਂਗੇ। ਔਰ ਜਦੋਂ ਬੱਚਿਆਂ ਨੂੰ ਪ੍ਰੋਪਰ ਐਜੂਕੇਸ਼ਨ ਦੇ ਹਿਸਾਬ ਨਾਲ ਨੌਕਰੀ ਮਿਲੂਗੀ ਤਾਂ ਡੈਫੀਨੇਟਲੀ
ਉਹ ਜਿਹੜੀ ਹੈ ਇਸ ਚੀਜ਼ ਤੋਂ ਦੂਰ ਜਾਣਗੇ। ਮੈਂ ਤੁਹਾਨੂੰ ਹੋਰ ਸ਼ੇਅਰ ਕਰਨਾ ਚਾਹੁੰਦਾ ਕਿ ਜਿਹੜੇ ਸਾਡੇ ਪੰਜਾਬੀ ਭਰਾ ਬਾਹਰਲੀਆਂ ਕੰਟਰੀਜ਼ ਦੇ ਵਿੱਚ ਸੈਟਲ ਨੇ, ਉਹ ਜਿਹੜੇ ਸੋਸ਼ਲਾਈਜ਼ ਕਰਦੇ ਆ ਉਹ ਸੈਟਰਡੇ ਸੰਡੇਜ਼ ਨੂੰ ਹੀ ਕਰਦੇ ਆ। ਉਹ ਕਿਉਂ ਕਰਦੇ ਆ? ਬਿਕੋਜ਼ ਉਹ ਕੰਮ ਨੂੰ ਕੰਮ ਸਮਝਦੇ ਆ, ਨੌਕਰੀ ਨੂੰ ਨੌਕਰੀ ਸਮਝਦੇ ਆ। ਸੋ ਨਸ਼ਿਆਂ ਦਾ ਜਿਹੜਾ ਰੁਝਾਨ ਆ ਇੰਨਾ ਤਾਂ ਵੀ ਵੱਧ ਗਿਆ ਕਿ ਬੱਚਿਆਂ ਕੋਲ ਕੰਮ ਨਹੀਂ ਹੈਗਾ, ਕੋਈ ਸਾਧਨ ਨਹੀਂ ਇਹਨਾਂ ਨੇ ਬਣਾਏ। ਸੋ ਜਿਹੜੀ ਆਲਰੇਡੀ ਇੰਡਸਟਰੀਜ਼ ਇੱਥੇ ਇੰਨੀ ਜ਼ਿਆਦਾ ਚੱਲ ਰਹੀ ਸੀ, ਇੰਡਸਟਰੀਜ਼ ਦਾ ਵੀ ਇੰਨਾ ਮਾੜਾ ਹਾਲ ਆ ਕਿਉਂਕਿ ਜਿਹੜਾ ਕੁਛ ਇੱਕ ਇੱਦਾਂ ਦੀਆਂ ਇੰਡਸਟਰੀਜ਼ ਆ ਜਿਹੜੀਆਂ ਟੈਰਸ ਦੇ ਵਿੱਚ ਚਲ ਗਈਆਂ ਜਾਂ ਜਿਹੜੀਆਂ ਬੱਦੀ 'ਚ ਚਲ ਗਈਆਂ। ਸੋ ਨੈਚੁਰਲੀ ਇੱਕ ਬਿਜ਼ਨਸਮੈਨ ਤਾਂ ਇਹ ਦੇਖੂਗਾ ਕਿ ਵੀ ਮੈਨੂੰ ਟੈਕਸ ਹੌਲੀਡੇ ਕਿੱਥੋਂ ਮਿਲਦਾ, ਮੈਨੂੰ ਵੈਟ ਕਿੱਥੇ ਘੱਟ ਪੈਂਦਾ, ਮੈਨੂੰ ਟੈਕਸਿਸ ਕਿੱਥੇ, ਓਵਰਹੈਡ ਚਾਰਜਸ ਮੇਰੇ ਕਿੱਥੇ ਆ। ਸੋ ਜਦੋਂ ਅਸੀਂ ਲੋਕਲੀ ਇਹਦੇ 'ਚ ਡਿਵੈਲਪ ਕਰਨਾ ਕਰਾਂਗੇ ਤਾਂ ਡੈਫੀਨੇਟਲੀ ਸਾਡੇ ਨੌਜਵਾਨਾਂ ਨੂੰ ਨੌਕਰੀ ਮਿਲੇਗੀ। ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਵੀ BSF ਚੌਂਕ ਦੇ ਵਿੱਚ ਇੱਕ ਲੜਕੀਆਂ ਨੇ ਧਰਨਾ ਦਿੱਤਾ ਸੀਗਾ। ਉਹ ਲੜਕੀਆਂ ਜਿਨ੍ਹਾਂ ਨੇ ਕਾਂਸਟੇਬਲਾਂ ਦੀਆਂ ਭਰਤੀਆਂ ਲਈ ਅਪਲਾਈ ਕੀਤਾ ਸੀਗਾ, ਔਰ ਰਾਤ ਨੂੰ 10 ਵਜੇ ਤੱਕ ਪੰਜਾਬ ਪੁਲਿਸ ਕੋ ਉਹਨਾਂ ਦਾ ਧਰਨਾ ਖੁਲਵਾ ਨਹੀਂ ਸੀ ਹੋਇਆ ਕਿਉਂਕਿ ਇਹਨਾਂ ਕੋਲ ਐਡਿਕੁਏਟ ਨੰਬਰ ਜਿਹੜਾ ਮਹਿਲਾ ਪੁਲਿਸ ਨਹੀਂ ਸੀ। ਤਾਂ ਜਦ ਸਾਡੇ ਕੋਲ ਪੰਜਾਬ ਦੀਆਂ ਲੜਕੀਆਂ ਮਤਲਬ ਫਿਜ਼ੀਕਲ ਫਿਟਨੈਸ ਲਈ, ਬਰੇਵਰੀ ਲਈ ਜਾਣੀਆਂ ਜਾਂਦੀਆਂ, ਜਦੋਂ ਉਹ ਇੱਕ ਨੌਕਰੀ ਦੇ ਵਿੱਚ ਇੰਨੀ ਜਿਹੜੀ ਸ਼ਾਰਟੇਜ ਆ, ਤਾਂ ਕਿਉਂ ਨਹੀਂ ਉਹਨਾਂ ਲਈ ਇਹ ਜਿਹੜਾ ਰਾਹ ਖੋਲ੍ਹ ਦੇਣਾ ਚਾਹੀਦਾ ਸੀਗਾ। ਸੋ ਹੁਣ ਜਿਹੜੇ ਕਾਂਗਰਸ ਪਾਰਟੀ ਵੱਲੋਂ ਐਲਾਨ 4.5 ਸਾਲ ਦਾ ਪੀਰੀਅਡ ਜਿਹੜਾ ਕੈਪਟਨ ਸਾਹਿਬ ਦਾ, ਮੈਂ ਉਹਨੂੰ ਇਹ ਸਮਝੂੰਗਾ ਕਿ ਉਹ ਇਹਨਾਂ ਦਾ ਹਨੀਮੂਨ ਪੀਰੀਅਡ ਹੀ ਸੀ ਜਿਹੜਾ ਬਹੁਤ ਲੰਬਾ ਚੱਲ ਗਿਆ। ਔਰ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਪਾਰਟੀ ਹੁੰਦਿਆਂ ਹੋਇਆਂ ਜਿੰਨੇ ਵੀ ਇਹਨਾਂ ਦੀਆਂ ਨਾਕਾਮਯਾਬੀਆਂ ਦੇ ਉੱਤੇ ਜਿਹੜੇ ਮੁੱਦੇ ਉਠਾਏ ਆ, ਭਾਵੇਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਹੋਵੇ, ਭਾਵੇਂ ਉਹ ਕਮਿਟਡ ਜਿਹੜਾ 5 ਰੁਪਏ ਬਿਜਲੀ 5 ਰੁਪਏ ਯੂਨਿਟ ਜਿਹੜੀ ਕੈਪਟਨ ਸਾਹਿਬ ਨੇ ਆਪਣੀ ਕਮਿਟ ਕੀਤੀ ਸੀਗੀ, ਭਾਵੇਂ ਉਹ ਘਰ ਘਰ ਰੋਜ਼ਗਾਰ ਦਾ ਹੋਵੇ। ਸੋ ਜਦੋਂ ਅਸੀਂ ਇਹਨਾਂ ਨੂੰ ਇਫੈਕਟਿਵਲੀ ਜਦੋਂ ਚੱਕਿਆ ਕੈਪਟਨ ਸਾਹਿਬ ਨੂੰ, ਬਾਹਰ ਦਾ ਰਸਤਾ ਉਹਨਾਂ ਦੀ ਆਪਣੀ ਪਾਰਟੀ ਨੇ ਦਿਖਾ ਲਿਆ। ਔਰ ਹੁਣ ਚੰਨੀ ਸਾਹਿਬ ਜਿਹੜੇ ਵੱਡੇ ਵੱਡੇ ਫਲੈਕਸ ਲਾ ਕੇ 36,000 ਕੱਚੇ ਮੁਲਾਜ਼ਮ ਪੱਕੇ ਕਰ ਦਿੱਤੇ। ਸੋ ਅਸੀਂ ਹੁਣ ਮੁਹੱਲਿਆਂ 'ਚ ਜਾਂਦੇ ਹਾਂ, ਸਰਵੇ ਕਰਦੇ ਹਾਂ, ਪੁੱਛਦੇ ਹਾਂ ਵੀ ਜੇ ਕਿਸੇ ਘਰ ਦੇ ਵਿੱਚ ਚੰਨੀ ਸਰਕਾਰ ਨੇ ਕੱਚੇ ਮੁਲਾਜ਼ਮ ਨੂੰ ਪੱਕਾ ਕੀਤਾ ਤਾਂ ਬਈ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਚਲੋ ਇੰਨਾ ਤੁਹਾਡੇ ਲਈ ਕੀਤਾ, ਵੋਟ ਭਾਵੇਂ ਤੁਸੀਂ ਚੰਨੀ ਸਾਹਿਬ ਦੇ ਕਹਿਣ 'ਤੇ ਪਾ ਦਈਓ। ਪਰ ਜੇ ਤੁਹਾਡਾ ਘਰ ਦੇ ਵਿੱਚ ਕੱਚਾ ਮੁਲਾਜ਼ਮ ਆ ਔਰ ਜਸਟ ਤੁਹਾਨੂੰ ਮਤਲਬ ਲਾਰੇ ਲਾਏ ਜਾ ਰਹੇ ਆ ਇਹ ਦਿਖਾ ਕੇ ਵੀ ਇਲੈਕਸ਼ਨ ਬਹੁਤ ਛੇਤੀ ਆ ਜਾਣੀ ਆ, ਫਿਰ ਤੁਸੀਂ ਇਹ ਕਹਿ ਦੋਗੇ ਵੀ ਅਸੀਂ ਤਾਂ ਕਰਨਾ ਚਾਹੁੰਦੇ ਸੀ, ਕੋਡ ਆਫ ਕੰਡਕਟ ਲੱਗ ਗਿਆ, ਤਾਂ ਫਿਰ ਤੁਹਾਡੇ ਵੋਟ ਦੀ ਹੱਕਦਾਰ ਐਤਕੀ ਆਮ ਆਦਮੀ ਪਾਰਟੀ। ਔਰ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ, ਇੱਕ ਮੌਕਾ ਕੇਜਰੀਵਾਲ ਨੂੰ, ਪੰਜਾਬ ਵਾਸੀਆਂ ਨੂੰ ਮੈਂ ਇੱਕ ਅਪੀਲ ਕਰੂੰਗਾ ਕਿ ਵੀ ਜ਼ਰੂਰ ਦੇਣ ਘਰ ਘਰ ਨੌਕਰੀ ਦਾ। ਅਸੀਂ ਇਹ ਕਹਿੰਦੇ ਹਾਂ ਕਿ ਜਿਹੜੇ ਕੈਪਟਨ ਸਾਹਿਬ ਨੇ ਤੁਹਾਨੂੰ ਐਮਪਲੋਇਮੈਂਟ ਕਾਰਡ ਦਿੱਤੇ ਸੀ ਉਹਨਾਂ ਨੂੰ ਸੰਭਾਲ ਕੇ ਰੱਖਿਓ, ਕਿਉਂਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਕਾਰਡਾਂ ਦੇ ਉੱਤੇ ਆਪਣੇ ਪੰਜਾਬ ਵਾਸੀਆਂ ਨੂੰ ਨੌਕਰੀ ਦਈਏ ਤਾਂ ਕਿ ਜਿਹੜੀ ਇੰਨੀ ਵੱਡੇ ਲੈਵਲ ਦੇ ਉੱਤੇ ਜਿਹੜੀ ਆ ਯੂਥ ਐਕਸੋਡਸ ਹੋ ਰਹੀ ਆ। ਸਰ ਅੱਗੇ ਬ੍ਰੇਨ ਡਰੇਨ ਹੁੰਦੀ ਸੀਗੀ, ਹੁਣ ਨੌਜਵਾਨ ਜਾ ਰਹੇ ਆ, ਔਰ ਹਰੇਕ ਨੌਜਵਾਨ ਜਿਹੜਾ ਜਾਂਦਾ ਉਹ 15 ਤੋਂ 20 ਲੱਖ ਰੁਪਈਆ ਪੰਜਾਬ ਦਾ ਜਿਹੜਾ ਸਰਮਾਇਆ ਲੈ ਕੇ ਕੈਨੇਡਾ ਜਾਂ ਇੰਗਲੈਂਡ ਜਾ ਰਿਹਾ ਔਰ ਵਾਪਸ ਨਹੀਂ ਆ ਰਿਹਾ। ਸੋ ਸਾਡਾ ਦੋਹਰਾ ਨੁਕਸਾਨ ਹੈ, ਇੱਕ ਤਾਂ ਪੰਜਾਬ ਦਾ ਵਡਮੁੱਲਾ ਸਰਮਾਇਆ ਜਾ ਰਿਹਾ, ਇੱਕ ਸਾਡੀ ਜਵਾਨੀ ਜਿਹੜੀ ਆ ਉਹ ਬਾਹਰਲੀਆਂ ਕੰਟਰੀਆਂ 'ਚ ਜਾ ਰਹੀ ਆ। ਸੋ ਅਸੀਂ ਇਹਦੇ ਲਈ ਇੱਕ ਕੁਛ ਪ੍ਰੋਗਰਾਮ ਉਲੀਕਾਂਗੇ ਜਿਹੜੇ ਮੈਨੀਫੈਸਟੋ ਦੇ ਵਿੱਚ ਬਹੁਤ ਛੇਤੀ ਤੁਹਾਡੇ ਸਾਹਮਣੇ ਆ ਜਾਣਗੇ। ਸਰ ਗੱਲ ਕਰੀਏ ਜਲੰਧਰ ਦੀ, ਤਾਂ ਉਹਦੇ ਵਿੱਚ ਕੀ ਨੀਲੇ ਕਾਰਡ ਵੀ ਨਹੀਂ ਜ਼ਰੂਰਤਮੰਦ ਲੋਕਾਂ ਨੂੰ ਮਿਲ ਰਹੇ ਨੇ? ਜੇਕਰ ਮਿਲ ਰਹੇ ਨੇ, ਸੱਤਾ ਪਕਸ਼ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਮਿਲ ਰਹੇ ਨੇ, ਨਾ ਰਾਸ਼ਨ ਮਿਲ ਰਿਹਾ ਹੈ। ਔਰ ਲੋਕਡਾਊਨ ਦੀ ਗੱਲ ਕਰੀਏ ਤਾਂ ਲੋਕਡਾਊਨ ਦੇ ਵਿੱਚ ਵੀ ਕਿਸੇ ਰਾਸ਼ਨ ਜ਼ਿਆਦਾ ਨਹੀਂ ਮਿਲਿਆ। ਉਹ ਜਿਹਨਾਂ ਨੂੰ ਰਾਸ਼ਨ ਮਿਲਿਆ ਵੀ ਆ ਉਹ ਜ਼ਿਆਦਾ ਫਿਰ MLA ਸਾਹਿਬ ਦੇ ਨਜ਼ਦੀਕ ਸੀਗੇ, ਜਾਂ ਉਹਨਾਂ ਨੂੰ ਮਿਲਿਆ ਵਾ, ਅਤੇ ਜਾਂ ਫਿਰ ਰਾਸ਼ਨ ਵਿਤਰਨ ਦੀ ਘੁਟਾਲਾ ਵੀ ਸਾਹਮਣੇ ਆਇਆ ਸੀ। ਦੇਖੋ, ਜਿਹੜੀ ਤੁਸੀਂ ਰਾਸ਼ਨ ਦੀ ਗੱਲ ਕੀਤੀ ਆ, ਕੋਵਿਡ ਦੇ ਵਿੱਚ ਤਾਂ ਡੈਫੀਨੇਟਲੀ ਪੀਕ ਜਦੋਂ ਲੋਕਡਾਊਨ ਲੱਗਾ ਸੀ ਉਦੋਂ ਰਾਸ਼ਨ ਦੀ ਲੋੜ ਸੀਗੀ, ਔਰ ਉਹ ਰਾਸ਼ਨ ਉਦੋਂ ਵੰਡਣਾ ਜਦੋਂ ਲੋਕਡਾਊਨ। ਜਲੰਧਰ ਦੇ ਵਿਧਾਇਕ, ਜਲੰਧਰ ਸੈਂਟਰ ਦੇ ਵਿਧਾਇਕ ਰਜਿੰਦਰ ਬੇਰੀ, ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ ਵੀ ਕਾਫੀ ਕੰਮ ਪੂਰੇ ਹੋ ਚੁੱਕੇ, ਆਲਮੋਸਟ ਸਾਰੇ ਕੰਮ ਪੂਰੇ ਹੋ ਚੁੱਕੇ ਨੇ, ਸਾਰੇ ਵਾਅਦੇ ਪੂਰੇ ਹੋ ਚੁੱਕੇ, ਜੇ ਕੋਈ ਰਹਿ ਗਏ ਤਾਂ ਇਲੈਕਸ਼ਨਾਂ ਦੇ ਕੋਲ ਪੂਰੇ ਹੋ ਜਾਣਗੇ। ਦੇਖੋ ਇੱਦਾਂ ਆ ਕਿ ਕਿਸੇ ਵੀ ਟਾਈਮ ਕੋਡ ਆਫ ਕੰਡਕਟ ਜਿਹੜਾ ਲੱਗ ਸਕਦਾ ਹੁਣ, ਔਰ ਜਨਵਰੀ ਮਹੀਨਾ ਸ਼ੁਰੂ ਹੋਣ 'ਚ ਤੁਸੀਂ ਦੇਖੋ ਵੀ ਕੁਛ ਦਿਨ ਹੀ ਪਏ ਆ, ਔਰ
ਜਿਹੜੇ ਕੰਮ ਸੈਂਟਰ ਗਵਰਨਮੈਂਟ ਦੇ ਅੰਡਰ ਆਉਂਦੇ ਆ, ਜੇ ਉਹਨਾਂ ਨੂੰ ਕੰਮਾਂ ਨੂੰ ਕਰਾਉਣ ਲਈ ਆਪਣੇ ਆਪ ਨੂੰ ਥਾਪੀ ਦੇਣੀ ਆ, ਤਾਂ ਉਹ ਜਿੱਦਾਂ ਕਹਿੰਦੇ ਹੁੰਦੇ ਆ ਨਾ, ਦਿਲ ਕੋ ਬਹਿਲਾਨੇ ਕੇ ਲਈ ਗਾਲਿਬ ਖਿਆਲ ਹੀ ਅੱਛਾ ਹੈ। ਤਾਂ ਜੇ ਖੁਸ਼ ਹੋਣਾ ਤਾਂ ਹੋ ਹੀ ਜਾਣ। ਕੈਪਟਨ ਸਾਹਿਬ ਵੀ ਕਹਿੰਦੇ ਸੀਗੇ ਜੀ 85% ਵਾਅਦੇ ਪੂਰੇ ਹੋ ਗਏ। ਅਸੀਂ ਕਹਿੰਦੇ ਸੀ ਵੀ ਜੇ ਝੂਠ ਹੀ ਬੋਲਣਾ ਤਾਂ ਭਾਵੇਂ 100% ਕਹਿ ਦਿਓ। ਸੋ ਅਸੀਂ ਵਿਧਾਇਕ ਸਾਹਿਬ ਨੂੰ ਇਹ ਕਹਿੰਦੇ ਆ ਵੀ ਤੁਸੀਂ ਭਾਵੇਂ 100% ਕਹੋ, ਮਤਲਬ ਸਾਨੂੰ ਤਾਂ ਵੀ ਖੁਸ਼ੀ ਹੋਊਗੀ। ਸਰ ਵਿਧਾਇਕ ਜਿਹੜੇ ਸੀਗੇ 4.5 ਸਾਲ ਤੋਂ ਤਾਂ ਪਹਿਲੇ ਕਿ ਜੋ ਆਪਸੀ ਕਲਹ ਸੀ ਕਾਂਗਰਸ ਉਹਦੇ 'ਚ ਉਲਝੇ ਹੋਏ ਸੀ, ਜਿਹੜੇ 6 ਮਹੀਨੇ ਰਹਿ ਗਏ ਉਹਨਾਂ ਵਿੱਚ ਇੱਕ ਸੜਕਾਂ ਵੀ ਬਣਾਈਆਂ ਜਾਣਗੀਆਂ ਨੇ ਜਾਂ ਫਿਰ ਅੰਡਰ ਬ੍ਰਿਜ ਜਾਂ ਫਿਰ ਸਾਰਾ ਕੁਝ ਕੰਮ ਕਰਵਾਏ ਜਾ ਰਹੇ। ਜਿਹੜੇ ਕੰਮ ਆ, ਬਹੁਤੇ ਕੰਮ ਜਿਹੜੇ ਸੈਂਟਰ ਗਵਰਨਮੈਂਟ ਦੇ ਪੁਰਾਣੇ ਟਨਿਓਰ ਦੇ ਵਿੱਚ ਹੀ ਚੱਲੇ ਆ ਰਹੇ ਸੀ, ਜਿਹੜੇ ਹੁਣ ਇੰਪਲੀਮੈਂਟ ਹੋਏ ਆ। ਸੋ ਸੜਕਾਂ, ਨਾਲੀਆਂ, ਸੀਵਰੇਜ ਦੀ ਡਿਵੈਲਪਮੈਂਟ ਨਹੀਂ ਹੋ। ਤੁਸੀਂ ਹਲਕੇ ਦੇ ਵਿੱਚ ਨਸ਼ਾ ਖਤਮ ਕੀਤਾ। ਸੜਕਾਂ, ਨਾਲੀਆਂ, ਸੀਵਰੇਜ, ਇਹਨੂੰ ਅਸੀਂ ਡਿਵੈਲਪਮੈਂਟ ਨਹੀਂ ਸਮਝਦੇ। ਇਹ ਲੋਕਾਂ ਦਾ ਬੁਨਿਆਦੀ ਹੱਕ ਆ। ਅਸੀਂ ਲੋਕਾਂ ਤੋਂ ਟੈਕਸ ਲੈਂਦੇ ਆ। ਔਰ ਤੁਸੀਂ ਦੱਸੋ ਵੀ ਨਸ਼ਿਆਂ ਦੀ ਰੋਕਥਾਮ ਲਈ ਤੁਸੀਂ ਕਿੰਨੇ ਕੁ ਉਪਰਾਲੇ ਕੀਤੇ ਆ? ਤੁਸੀਂ ਆਪਣੇ ਹਲਕੇ ਦੇ ਵਿੱਚ ਅਨਇੰਪਲੋਇਡ ਬੰਦਿਆਂ ਦਾ ਕੋਈ ਲਿਸਟ ਕੋਈ ਬਣਾਈ ਆ? ਤੁਸੀਂ ਇੰਪਲੋਇਮੈਂਟ ਐਕਸਚੇਂਜ ਨੂੰ ਐਕਟੀਵੇਟ ਕੀਤਾ ਆ? ਲੋਕਾਂ ਨੂੰ ਕੀ, ਨੌਜਵਾਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਨਾਮ ਉਹਦੇ 'ਚ ਦਰਜ ਕਰਾਓ? ਤੁਸੀਂ ਕੀ ਉਹਨਾਂ ਨੂੰ ਕੋਈ ਅਨਇੰਪਲੋਇਮੈਂਟ ਭੱਤਾ ਤੁਸੀਂ ਦਿੱਤਾ? ਤੁਸੀਂ ਕੀ ਇਹ ਦੇਖਿਆ ਵੀ ਤੁਹਾਡੇ ਏਰੀਆ ਦੇ ਵਿੱਚ ਕਿੰਨੇ ਲੋਕਾਂ ਕੋਲ ਤੁਹਾਡੇ ਰੋਜ਼ਗਾਰ ਕਾਰਡ ਨੇ? ਸੋ ਜਿਹੜੇ ਕੰਮ ਸੈਂਟਰ ਗਵਰਨਮੈਂਟ ਦੇ ਡੋਮੇਨ ਦੇ ਅੰਦਰ ਆਉਂਦੇ ਆ, ਅਗਰ ਉਹ ਪੂਰੇ ਹੋਏ ਆ ਤਾਂ ਉਹਨੂੰ ਅਸੀਂ ਵਾਕਈ ਉਹਨੂੰ ਅਸੀਂ ਸਟੇਟ ਗਵਰਨਮੈਂਟ ਦੀ ਜਾਂ ਵਿਧਾਇਕ ਦੀ ਐਫੀਸ਼ੀਐਂਸੀ ਨਹੀਂ ਸਮਝਦੇ। ਵਿਧਾਇਕ ਅਗਰ ਇੰਨਾ ਕੁ ਐਫੀਸ਼ੀਐਂਟ ਹੋਵੇ ਤਾਂ ਇੰਨੇ ਬੰਦੇ ਉੱਠ ਕੇ ਟਿਕਟ ਦੇ ਚਾਹਵਾਨ ਨਹੀਂ ਹੁੰਦੇ। ਔਰ ਤੁਹਾਡੇ ਆਪਣੇ ਚੁਣੇ ਹੋਏ ਤੁਹਾਡੇ ਸਾਥੀ ਕਾਉਂਸਲਰ ਐਲੀਗੇਸ਼ਨ ਨਹੀਂ ਲਾਉਂਦੇ ਕਿ ਵੀ ਹਲਕੇ ਦੇ ਵਿੱਚ ਨਸ਼ਿਆਂ ਦੀ ਭਰਮਾਰ ਆ ਔਰ ਇਹ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਨਾਲ ਜਾਂ ਪੋਲੀਟੀਕਲ ਪਾਰਟੀਆਂ ਦੇ ਸਹਿਯੋਗ ਦੇ ਨਾਲ ਹੋ ਰਿਹਾ। ਸੋ ਇੰਟਰੋਸਪੈਕਸ਼ਨ ਕਰਨ ਦੀ ਲੋੜ ਆ। ਤੁਸੀਂ ਦੇਖਿਆ ਹੋਣਾ ਕਿ ਵੀ ਇੱਕ ਸੂਰਿਆ ਐਨਕਲੇਵ ਐਕਸਟੈਂਸ਼ਨ ਇੱਕ ਕਾਲੋਨੀ ਕੱਟ ਹੋਈ ਸੀ, ਲੋਕਾਂ ਦੇ ਪੈਸੇ ਲੋਨ ਲੈ ਕੇ ਲੋਕਾਂ ਨੇ ਫੁੱਲ ਪੇਮੈਂਟ ਕੀਤੀ ਹੋਆ। ਇੰਪਰੂਵਮੈਂਟ ਟਰਸਟ ਨੇ ਉਹ ਹਜੇ ਤੱਕ ਉਹਨਾਂ ਨੂੰ ਪੋਜੈਸ਼ਨ ਨਹੀਂ ਦਿੱਤੀ। ਸੋ ਜਿਹੜੇ ਬੰਦੇ ਨੇ ਸਾਰੀ ਉਮਰ ਆਪਣੀ ਕਮਾਈ ਕੀਤੀ ਹੁੰਦੀ ਆ ਔਰ ਉਹ ਚਾਹੁੰਦਾ ਵੀ ਮੇਰਾ ਆਸ਼ਿਆਨਾ ਹੋਵੇ, ਸੋ ਕੋਈ ਨਵਾਂ ਕੋਈ ਏਰੀਆ ਤੁਸੀਂ ਡਿਵੈਲਪ ਕੀਤਾ ਹੈ ਤਾਂ ਤੁਸੀਂ ਸਾਡੇ ਨਾਲ ਗੱਲ ਕਰੋ। ਫਲਾਈ ਓਵਰ, ਅੰਡਰ ਬ੍ਰਿਜ, ਇਹ ਤਾਂ ਤੁਸੀਂ ਟੈਕਸ ਲੈਂਦੇ ਆ, ਇਹ ਇਹਨੂੰ ਤੁਹਾਡੀ ਐਫੀਸ਼ੀਐਂਸੀ ਨਹੀਂ ਕਹਿੰਦੇ। ਸੋ ਡੈਫੀਨੇਟਲੀ ਮੈਂ ਹਲਕੇ ਦੇ ਲੋਕਾਂ ਨੂੰ, ਹਲਕੇ ਦੇ ਯੂਥ ਨੂੰ, ਹਲਕੇ ਦੀਆਂ ਮਹਿਲਾਵਾਂ ਨੂੰ, ਬੁੱਧੀਜੀਵੀਆਂ ਨੂੰ, ਆਮ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਕਿ ਵੀ ਐਤਕੀ ਤੁਸੀਂ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਦਿਓ, ਕੇਜਰੀਵਾਲ ਸਰਕਾਰ ਨੂੰ, ਕੇਜਰੀਵਾਲ ਜੀ ਨੂੰ ਜ਼ਰੂਰ ਦਿਓ। ਉਹਨਾਂ ਦੀ ਦੇਖ ਰੇਖ ਦੇ ਵਿੱਚ ਨੈਸ਼ਨਲ ਕਨਵੀਨਰ ਨੇ ਸਾਡੀ ਪਾਰਟੀ ਦੇ, ਉਹਨਾਂ ਨੂੰ ਕਾਫੀ ਤਜਰਬਾ ਹੋ ਗਿਆ ਦਿੱਲੀ ਦੀ ਗਵਰਨੈਂਸ ਦਾ। ਸੋ ਇੱਕ ਅਸੀਂ ਚੰਗਾ ਸੋਹਣਾ ਪੰਜਾਬ ਜਿਹੜਾ ਅਸੀਂ ਸਿਰਜਾਂਗੇ। ਬਾਕੀ ਇਹ ਹੈ ਕਿ 70 ਸਾਲ ਤੋਂ ਤੁਸੀਂ ਇਹ ਵਾਰੀ ਦੋਨਾਂ ਪਾਰਟੀਆਂ, ਤਿੰਨਾਂ ਪਾਰਟੀਆਂ ਨੂੰ ਟਾਈਮ ਦਿੰਦੇ ਆ ਰਹੇ ਹੋ। ਸੋ 5 ਸਾਲ ਲੰਘਦਿਆਂ ਨੂੰ ਟਾਈਮ ਨਹੀਂ ਲੱਗਦੇ। ਸੋ ਅਗਲੀ ਵਾਰ ਜਦੋਂ ਅਸੀਂ ਤੁਹਾਡੇ ਕੋਲ ਆਵਾਂਗੇ, ਅਸੀਂ ਤੁਹਾਨੂੰ ਇਹੀ ਕਹਾਂਗੇ ਵੀ ਜੇ ਤੁਸੀਂ ਸਾਡੇ ਕੰਮਾਂ ਤੋਂ ਸੈਟਿਸਫਾਈਡ ਆ ਤਾਂ ਸਾਨੂੰ ਵੋਟ ਪਾਇਓ, ਜੇ ਨਹੀਂ ਸੈਟਿਸਫਾਈਡ ਨਾ ਪਾਓ। ਸੋ ਡੈਫੀਨੇਟਲੀ ਕਈ ਵਾਰ ਇਹ ਆ ਕਿ ਬੜੇ ਵਧੀਆ ਨਤੀਜੇ ਆਉਂਦੇ ਆ ਬਦਲਾਵ ਦੇ।